ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਸੁਖਮਨੀ ਸਾਹਿਬ ਬਾਣੀ ਦੇ 14ਵੇਂ ਸਲੋਕ ਅਤੇ 14ਵੀਂ ਅਸ਼ਟਵੀ ਦੀ ਵਾਰੀ ਹੈ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਏਕ ਹਾਸ ਹਰ ਮਨ ਰਖੋ नानक दुख परम पौ जाए। अष्टपदी। मानव की टेक बिरथी सब जान देवन के ओए के भगवान। जिसके दिए रहे अगाए बार न तृष्णा लागे आए। मारे राखे एको आप मानुख दे के कुछ नाही हाथ। इसका हुक्म तिसका हुक्म बूझ सुख होए। तिसका नाम राख कंठ परोए। सिमर 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 प्रभ सोई नानक बिगन लागे कोय। उस सत मन में कर निंकार कर मन मेरे सत बिहार। निर्मल रसनाम रत पियो सदा सोहेलै कर लै जियो। नैन पेख ठाकर के रंग सात संग बिन से सब संग। चरण चलियो मारो गोबिंद मिटे पाप जपिए हर बिंद। कर हर कर्म सरवन हर कथा हर दरगे नानक ऊजल मथा। वडभागी ते जन जग माए सदा सदा हर के गुण गाए। राम नाम जो करे विचार से तन मंत गनी संसार। मन तन मुख बोलो हर मुखी सदा सदा जानो ते सुखी। एको एक एक पछाने ई तोत के सोजी जाने। नाम संग जिसका मन मान्या नानक तिने निरंजन जान्या। गुर प्रसाद आपन आप सूझे तिसकी जानो तृष्णा बूझे। साध संग हर हर जस कहत सर्व रोग त्यो हर जन रहत। अंधन कीर्तन केवल बखान गृहस्थ में सोई निर्वाण। एक ऊपर जिस जन की आशा तिसकी कटिए जम की फासा। पार ब्रह्म की जिस मन भूख नानक तिसे न लागे दुख। जिसके हर प्रभ मंच ते आवे सो संत सहेला नहीं डुलावे। जिस प्रभ अपनी कृपा करे सो सेवक को किसते डरे। जैसा सा तैसा दृष्टाया अपने कारज में आप समाया। सोदत 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 सीजिया गुर प्रसाद तत् सब बूझिया। जब देखियो तब सब कुछ मूल नानक सो सूखम सोई स्थूल। न कुछ जन्मे न कुछ मरे आपन चिल्त आप ही करे। आवन जावन दृष्ट अनदृष्ट आज्ञाकारी तारी सब सृष्ट। आपे आप सगल में आप नेक जोगत राज ताप थाप। अविनाशी नाही कुछ खंड तारन तार रहो ब्रह्मंड। अलख अबेव पुरख परताप आप जबाए ता नानक जाप। जिन प्रभ जाता सो बावंत सगल संसार उधरे तिन मंत। प्रभ के सेवक सगल उदाहरण प्रभ के सेवल दुख बिसारन। आपे मेल है कृपाल गुर का शब्द जपै निहाल। उनकी सेवा सोई लागे जिसनु कृपा करे वड पागे। नाम जपत पावे विश्राम नानक तिन पुरख क्यों उत्तम करमान। जो कुछ करे सोए प्रभ के रंग सदा सदा बसे हर संग। सहज सबाए होए से होवे से होए करने हार पछाणे सोए। प्रभ का किया जन मीठ लगाना जैसा सा तैसा दृष्टाना। जिसते उपजे तिसमें समाए ओ सुख निदान उन्हें बन आए। आपस क्यों आप दीनो मान नानक प्रभ जाने को जान। आपस क्यों आप दीनो मान नानक प्रभ जाने को जान। श्लोक। तजो सियानप सुरजनो सिमरो हर हर राय। एक आस हर मन रखो नानक दुख परम पौ जाए। ਇਸ ਸ਼ਲੋਕ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਹੇ ਸ੍ਰੇਸ਼ਟ ਮਨੁੱਖ ਤੂੰ ਆਪਣੀ ਚਤੁਰਾਈਆਂ ਨੂੰ ਭਾਵ ਸਿਆਣਪਾਂ ਨੂੰ ਛੱਡ ਦਿਓ ਜੀ, ਤਿਆਗ ਦਿਓ ਜੀ ਅਤੇ ਪਰਮੇਸ਼ਰ ਹਰ ਰਾਜੇ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇੱਕ ਪਰਮੇਸ਼ਰ ਦੀ ਆਸ ਆਪਣੇ ਮਨ ਵਿੱਚ ਰੱਖੋ ਜੀ ਜਿਸ ਦੀ ਕਿਰਪਾ ਦ੍ਰਿਸ਼ਟੀ ਨਾਲ
ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਧਾਰ ਕੇ ਪਰਮੇਸ਼ਰ ਹਰ ਰਾਜੇ ਨਾਲ ਲਿਵ ਲਗਾਓ ਜੀ। ਅਤੇ ਅਜਿਹਾ ਕਰਨ ਨਾਲ ਸਾਰੇ ਦੁੱਖ ਭਰਮ, ਜਨਮ ਮਰਨ ਦਾ ਦੁੱਖ ਅਤੇ ਜਮਾਂ ਦਾ ਡਰ ਦੂਰ ਹੋ ਜਾਂਦੇ ਹਨ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਆਵਾਗਮਨ ਦੇ ਚੱਕਰ ਖਤਮ ਹੋ ਜਾਂਦੇ ਹਨ ਜੀ। ਅਸ਼ਟਪਦੀ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਹੇ ਜਗਿਆਸੂ ਮਨੁੱਖ ਦੀ ਸਾਰੀ ਓਟ ਵਿਅਰਥ ਸਮਝੋ। ਜੇ ਤੁਸੀਂ ਕਿਸੇ ਮਨੁੱਖ ਦੀ ਓਟ ਆਸਰਾ ਲੈਣਾ ਹੈ ਜੀ ਤਾਂ ਇਹ ਵਿਅਰਥ ਹੈ, ਕਿਉਂਕਿ ਮਨੁੱਖ ਤਾਂ ਆਪ ਹੀ ਮੰਗਤਾ ਹੈ ਜੀ। ਕਿਉਂਕਿ ਜਿਸ ਨੂੰ ਤੁਸੀਂ ਆਸਰਾ ਲੈਂਦੇ ਪਏ ਹੋ ਉਹ ਆਪ ਵੀ ਮੰਗਤਾ ਹੈ ਜੀ। ਫਿਰ ਉਹ ਤੁਹਾਨੂੰ ਕੌਣ ਕਿਹੜੀਆਂ ਦਾਤਾਂ ਦੇਣ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇੱਕ ਪਰਮੇਸ਼ਰ ਹੀ ਹੈ, ਇੱਕ ਪਰਮੇਸ਼ਰ ਹੀ ਹੈ ਜੀ, ਜਿਸ ਪਰਮੇਸ਼ਰ ਦੇ ਦਿੱਤਿਆਂ ਮਨੁੱਖ ਰਜਿਆ ਰਹਿੰਦਾ ਹੈ ਜੀ। ਅਤੇ ਫਿਰ ਕੋਈ ਤ੍ਰਿਸ਼ਨਾ ਆ ਕੇ ਨਹੀਂ ਲੱਗਦੀ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਸਾਰੇ ਵਿਕਾਰ ਖਤਮ ਕਰਕੇ ਫਿਰ ਵਿਕਾਰ ਤੇ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸੰਸਾਰ ਵਿੱਚ ਇੱਕ ਪਰਮੇਸ਼ਰ ਹੀ ਮਾਰਨ ਅਤੇ ਜੀਵਨ ਦੇਣ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਹੇ ਮਨੁੱਖ ਤੇਰੇ ਹੱਥ ਕੁਝ ਵੀ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦਾ ਹੁਕਮ ਗੁਰਸ਼ਬਦ ਗੁਰਬਾਣੀ ਦੁਆਰਾ ਸਮਝਣ ਨਾਲ ਹੀ ਆਤਮਕ ਸੁੱਖ ਪ੍ਰਾਪਤ ਹੁੰਦੇ ਹਨ ਜੀ। ਇਸ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਦਾ ਹਾਰ ਆਪਣੇ ਹਿਰਦੇ ਵਿੱਚ ਪਰੋ ਕੇ ਰੱਖੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਾਰ ਕੇ ਬਾਰ ਸਿਮਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਤਰ੍ਹਾਂ ਸਿਮਰਨ ਕਰਕੇ ਤੁਹਾਨੂੰ ਕੋਈ ਵਿਘਨ ਨਹੀਂ ਲੱਗੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮਨੁੱਖ ਆਪਣੇ ਮਨ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਨਿਰਾਕਾਰ ਪਰਮੇਸ਼ਰ ਦੀ ਉਸਤਤ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮੇਰੇ ਮਨ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਾਰ ਕੇ ਝੂਠ ਨਾ ਬੋਲੋ ਜੀ ਅਤੇ ਸਦਾ ਸੱਚਾ ਵਿਵਹਾਰ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਰਸਨਾ ਜੀਵ ਨਾਲ ਗੁਰਸ਼ਬਦ ਗੁਰਬਾਣੀ ਨਾਮ ਰੂਪ ਪਵਿੱਤਰ ਅੰਮ੍ਰਿਤਪਾਨ ਕਰੋ ਜੀ। ਭਾਵ ਪਰਮੇਸ਼ਰ ਦਾ ਨਾਮ ਜਪੋ ਜੀ, ਜੋ ਕਿ ਅਸਲ ਅੰਮ੍ਰਿਤ ਹੈ ਜੀ। ਇਸ ਤਰ੍ਹਾਂ ਆਪਣੇ ਮਨ ਅਤੇ ਜੀਵਨ ਨੂੰ ਸਦਾ ਲਈ ਸੁਖੀ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਆਪਣੀਆਂ ਅੱਖਾਂ ਨਾਲ ਪਰਮੇਸ਼ਰ ਦਾ ਖੇਲ ਤਮਾਸ਼ਾ ਜਾਂ ਕੌਤਕ ਵੇਖੋ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਸਾਧ ਸੰਗ ਕਰਨ ਨਾਲ ਸਭ ਪ੍ਰਕਾਰ ਦੇ ਕਲੰਕ ਸੰਪਰਕ ਖਤਮ ਹੋ ਜਾਂਦੇ ਹਨ ਜੀ। ਅਤੇ ਪਰਮੇਸ਼ਰ ਨੂੰ ਪੈਰਾਂ ਨਾਲ ਗੋਬਿੰਦ ਮਾਰਗ ਦੇ ਉੱਤੇ ਚੱਲਣ ਵਾਸਤੇ ਕਿਉਂ ਜੀ, ਕਿਉਂਕਿ ਪਰਮੇਸ਼ਰ ਹਰ ਦਾ ਥੋੜ੍ਹੇ ਸਮੇਂ ਲਈ ਗੁਰਸ਼ਬਦ ਗੁਰਬਾਣੀ ਨਾਮ ਜਪਣ ਨਾਲ ਸਾਰੇ ਪਾਪ ਮਿਟ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੱਥਾਂ ਰਾਹੀਂ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਕਰਮ ਕਰੋ ਜੀ ਅਤੇ ਕੰਨਾਂ ਰਾਹੀਂ ਪਰਮੇਸ਼ਰ ਹਰ ਦੇ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਪਰਮੇਸ਼ਰ ਨਾਲ ਲਿਵ ਲਗਾ ਕੇ ਅਜਿਹਾ ਕਰਨ ਨਾਲ ਪਰਮੇਸ਼ਰ ਹਰ ਦੀ ਦਰਗਾਹ ਵਿੱਚ ਮੁੱਖ ਉਜਲ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਸਾਧਕ ਸੰਸਾਰ ਵਿੱਚ ਵਡਭਾਗੀ ਹਨ ਜੀ, ਜੋ ਸਦਾ ਨਿਤ ਰੂਪ
ਪਰਮੇਸ਼ਰ ਹਰ ਦੇ ਗੁਰਸ਼ਬਦ ਨਾਮ ਦੇ ਗੁਣ ਗਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸ਼ਬਦਾਂ ਦਾ ਵਿਚਾਰ ਚਿੰਤਨ ਕਰਨਾ ਹੈ ਜੀ। ਉਹਨਾਂ ਨੂੰ ਸੰਸਾਰ ਵਿੱਚ ਤਾਂ ਧਨਵਾਨ ਗਿਣਿਆ ਜਾਂਦਾ ਹੈ ਜੀ। ਭਾਵ ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਧਾਰਦੇ ਹਨ ਅਤੇ ਸਾਧ ਸੰਗਤ 'ਚ ਬੈਠ ਕੇ ਉਸ ਦਾ ਵਿਚਾਰ ਕਰਦੇ ਹਨ, ਗੁਣ ਗਾਉਂਦੇ ਹਨ ਜੀ, ਉਹ ਪੁਰਸ਼ ਧਨਵਾਨ ਗੁਰਮੁਖ ਧਨਵਾਨ ਹਨ ਜੀ, ਬੜੇ ਭਾਗਾਂ ਵਾਲੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਸਾਧਕ ਮਨੋ ਤਨੋ ਅਤੇ ਮੁਖ ਨਾਲ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਉਚਾਰਨ ਕਰਦੇ ਹਨ ਜੀ, ਉਹ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਬੋਲਦੇ ਹਨ ਜੀ। ਉਹਨਾਂ ਨੂੰ ਸਦਾ ਸਦਾ ਲਈ ਸੁਖੀ ਸਮਝੋ ਜੀ। ਜੋ ਗੁਰਮੁਖ ਸਾਧਕ ਕੇਵਲ ਇੱਕ ਪਰਮੇਸ਼ਰ ਨੂੰ ਪਛਾਣਦੇ ਹਨ ਜੀ, ਉਹੀ ਗੁਰਮੁਖ ਇਸ ਲੋਕ ਅਤੇ ਪਰਲੋਕ ਦੀ ਸੋਝੀ ਪ੍ਰਾਪਤ ਕਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਮਨੁੱਖ ਦਾ ਮਨ ਗੁਰਸ਼ਬਦ ਗੁਰਬਾਣੀ ਨਾਮ ਨਾਲ ਭਤੀਜਾ ਮੰਨਿਆ ਜਾਂਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਸ ਗੁਰਮੁਖ ਨੇ ਪਰਮੇਸ਼ਰ ਨੂੰ ਜਾਣ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਮਨੁੱਖ ਨੂੰ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਪਰਮੇਸ਼ਰ ਨਾਲ ਲਿਵ ਲਗਾ ਕੇ ਅਤੇ ਗੁਰੂ ਦੀ ਕਿਰਪਾ ਨਾਲ ਆਪਣੇ ਆਪ ਦੀ ਸੂਝ ਪ੍ਰਾਪਤ ਹੋ ਗਈ ਹੈ ਜੀ, ਆਪਣੇ ਆਪ ਨੂੰ ਪਛਾਣ ਲਿਆ ਹੈ ਜੀ, ਉਸ ਦੀ ਮਾਨੋ ਤ੍ਰਿਸ਼ਨਾ ਅਤੇ ਵਿਕਾਰ ਖਤਮ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਮਨੁੱਖ ਸਾਧ ਸੰਗਤ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਪਰਮੇਸ਼ਰ ਹਰ ਦੇ ਦਿਨ ਰਾਤ ਗੁਣ ਗਾਣ ਜਸ ਉਚਾਰਦੇ ਹਨ ਜੀ, ਉਹ ਹਰਜਨ ਸਾਰਿਆਂ ਰੋਗਾਂ ਤੋਂ ਮੁਕਤ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਮਨੁੱਖ ਹਰ ਰੋਜ਼ ਦਿਨ ਰਾਤ ਕੇਵਲ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਕੀਰਤਨ ਦਾ ਬਖਾਨ ਕਰਦੇ ਹਨ ਜੀ, ਉਹ ਗੁਰਮੁਖ ਗ੍ਰਹਿਸਥ ਜੀਵਨ ਵਿੱਚ ਵੀ ਰਹਿੰਦਿਆਂ ਹੋਇਆਂ ਨਿਰਲੇਪ ਰਹਿੰਦੇ ਹਨ ਜੀ, ਭਾਵ ਬੰਧਨਾਂ ਤੋਂ ਰਹਿਤ ਅਤੀਤ ਰੂਪ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਗੁਰਮੁਖ ਸਾਧਕ ਦੀ ਇੱਕ ਪਰਮੇਸ਼ਰ ਉੱਪਰ ਆਸ ਹੈ ਜੀ, ਉਹਨਾਂ ਦੀ ਜਮਾ ਵਾਲੀ ਫਾਹੀ ਕੱਟੀ ਜਾਂਦੀ ਹੈ ਜੀ, ਅਤੇ ਜਿਨ੍ਹਾਂ ਦੇ ਮਨ ਵਿੱਚ ਉਸ ਪਾਰ ਬ੍ਰਹਮ ਪਰਮੇਸ਼ਰ ਦੀ ਭੁੱਖ ਹੁੰਦੀ ਹੈ ਜੀ, ਗੁਰੂ ਜੀ ਕਹਿੰਦੇ ਹਨ ਉਹ ਕਦੀ ਕਿਸੇ ਕਿਸਮ ਦਾ ਉਹਨਾਂ ਨੂੰ ਦੁੱਖ ਨਹੀਂ ਲੱਗਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਗੁਰਮੁਖਾਂ ਨੂੰ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਮਨ ਵਿੱਚ ਚੇਤੇ ਆਉਂਦਾ ਹੈ ਜੀ, ਉਹ ਗੁਰਮੁਖ ਰੂਪ ਸੰਤ ਸੁਖੀ ਹਨ ਜੀ ਅਤੇ ਕਦੇ ਵੀ ਡੋਲਦੇ ਨਹੀਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਗੁਰਮੁਖਾਂ ਉੱਤੇ ਪਰਮੇਸ਼ਰ ਆਪਣੀ ਕਿਰਪਾ ਕਰਦਾ ਹੈ ਜੀ, ਉਹੀ ਗੁਰਮੁਖ ਸੇਵਕ ਦੱਸੋ ਕਿਸੇ ਤੋਂ ਕੀ ਡਰ ਸਕਦੇ ਹਨ ਜੀ। ਪਰਮੇਸ਼ਰ ਜਿਹੋ ਜਿਹਾ ਹੈ ਉਸੇ ਤਰ੍ਹਾਂ ਦਾ ਉਹਨਾਂ ਨੂੰ ਦ੍ਰਿਸ਼ਟ ਭਾਵ ਨਿਗਾਹ ਵਿੱਚ ਦਿਸ ਪਿਆ ਹੈ ਜੀ, ਆ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਉਹਨੂੰ ਪਰਮੇਸ਼ਰ ਆਪਣੇ ਸੰਸਾਰ ਕਾਰਜ ਵਿੱਚ ਆਪ ਹੀ ਸਮਾਇਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਮਨ ਕਰਕੇ ਸਰੀਰ ਕਰਕੇ ਬਾਣੀ ਕਰਕੇ ਸੋਧਿਆ ਖੋਜਿਆ ਗੁਰਮੁਖ ਪਰਮੇਸ਼ਰ ਨੇ ਜਾਣ ਲਿਆ ਹੈ ਜੀ। ਗੁਰਮੁਖ ਪਰਮੇਸ਼ਰ ਨੂੰ ਜਾਣ ਲਿਆ ਹੈ ਜੀ, ਅਤੇ ਗੁਰੂ ਦੀ ਕਿਰਪਾ ਨਾਲ ਵਾਸਤਵਿਕਤਾ ਦੀ ਸੋਝੀ ਹੋ ਗਈ ਹੈ ਜੀ, ਭਾਵ ਆਤਮ ਸੁੱਖ ਪ੍ਰਾਪਤ ਕਰ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜਦੋਂ ਉਹ ਵੇਖਦਾ ਹੈ ਤਾਂ ਸਭ ਕੁਝ ਦੇ ਮੂਲ ਭਾਵ ਬ੍ਰਹਮ ਹੀ ਭਾਵ ਪਰਮੇਸ਼ਰ ਸਭ ਪਾਸੇ ਪ੍ਰਤੀਤ ਹੁੰਦਾ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ ਉਹੀ ਪਰਮੇਸ਼ਰ ਨਿਰਗੁਣ ਰੂਪ ਹੈ ਜੀ, ਅਤੇ ਉਹੀ ਸਰਗੁਣ ਰੂਪ ਬ੍ਰਹਮ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਸੰਸਾਰ ਵਿੱਚ ਵਾਸਤਵਿਕਤਾ ਨੂੰ ਨਾ ਕੋਈ ਜੰਮਦਾ ਹੈ ਜੀ, ਅਤੇ ਨਾ ਕੋਈ ਮਰਦਾ ਹੈ ਜੀ। ਭਾਵ ਅਸਲ ਵਿੱਚ ਨਾ ਕੋਈ ਜੰਮਦਾ ਹੈ ਤੇ ਨਾ ਕੋਈ ਮਰਦਾ ਹੈ ਜੀ। ਇਹ ਤਾਂ ਪਰਮੇਸ਼ਰ ਆਪਣੇ ਕੌਤਕ ਖੇਡ ਤਮਾਸ਼ੇ ਆਪ ਹੀ ਕਰ ਰਿਹਾ ਜੀ। ਫਿਰ ਗੁਰੂ ਜੀ ਕਹਿੰਦੇ ਸੰਸਾਰ ਵਿੱਚ ਆਉਣਾ ਅਤੇ ਜਾਣਾ, ਭਾਵ ਜੰਮਣਾ ਮਰਨਾ ਅਤੇ ਦਿਸਣਾ ਅਤੇ ਨਾ ਦਿਸਣਾ, ਇਹ ਸਾਰਾ ਪਰਮੇਸ਼ਰ ਦਾ ਖੇਲ ਵਸਾਰਾ ਹੈ ਜੀ। ਅਤੇ ਇਹ ਸਾਰੀ ਸ੍ਰਿਸ਼ਟੀ ਉਸੇ ਦੇ ਆਪਣੇ ਹੁਕਮ ਆਗਿਆ ਅਨੁਸਾਰ ਟਿਕੀ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਪਰਮੇਸ਼ਰ ਆਪ ਹੀ ਆਪ ਹੈ ਜੀ, ਹੋਰ ਕੋਈ ਨਹੀਂ, ਅਤੇ ਸਭ ਵਿੱਚ ਆਪ ਹੀ ਸਮਾਇਆ ਹੋਇਆ ਹੈ ਜੀ, ਅਤੇ ਅਨੇਕਾਂ ਜੁਗਤਾਂ ਨਾਲ ਸੰਸਾਰ ਦੀ ਰਚਨਾ ਕਰਦਾ ਸਥਾਪਦਾ ਹੈ ਜੀ, ਅਤੇ ਫਿਰ ਉਤਪੰਨ ਕਰ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਆਪ ਹੀ ਅਵਿਨਾਸ਼ੀ ਹੈ ਜੀ, ਨਾਸ਼ ਤੋਂ ਰਹਿਤ ਹੋਣ ਕਰ ਹੈ ਜੀ, ਉਸ ਦਾ ਕੁਝ ਵੀ ਖੰਡਿਤ ਨਹੀਂ ਹੁੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਨੇ ਸਾਰੇ ਬ੍ਰਹਮੰਡ ਨੂੰ ਆਪ ਹੀ ਧਾਰਿਆ ਹੋਇਆ ਹੈ ਜੀ, ਅਤੇ ਆਪ ਹੀ ਮਰਿਆਦਾ ਵਿੱਚ ਲਿਆਂਦਾ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਅਲਖ ਅਭੇਦ ਅਤੇ ਪ੍ਰਤਾਪੀ ਰੂਪ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮਰਿਆਦਾ ਵਿੱਚ ਜੇ ਉਹ ਪਰਮੇਸ਼ਰ ਆਪਣੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪਾਏ ਤਾਂ ਹੀ ਜਾਪ ਕੀਤਾ ਜਾ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਧਰਮੀ ਗੁਰਮੁਖਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਾਰ ਕੇ ਪਰਮੇਸ਼ਰ ਨੂੰ ਜਾਣ ਲਿਆ ਹੈ ਜੀ, ਆਪਣੇ ਆਪ ਨੂੰ ਪਛਾਣ ਲਿਆ ਹੈ ਜੀ, ਉਹ ਸ਼ੋਭਾਸ਼ਾਲੀ ਹਨ ਜੀ, ਅਤੇ ਉਹਨਾਂ ਦੇ ਮੰਤਰ ਉਪਦੇਸ਼ ਨਾਲ ਸਾਰਾ ਸੰਸਾਰ ਵਿਕਾਰਾਂ ਦੇ ਵਿੱਚ ਫਸਣ ਬਚ ਜਾਂਦਾ ਹੈ ਜੀ। ਜਿਨ੍ਹਾਂ ਗੁਰਮੁਖਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਪਰਮੇਸ਼ਰ ਨਾਲ ਲਿਵ ਲਗਾ ਕੇ ਪਰਮੇਸ਼ਰ ਦੇ ਸੇਵਕ ਬਣ ਗਏ ਹਨ ਜੀ, ਉਹ ਗੁਰਮੁਖ ਹੋਰਨਾਂ ਦਾ ਵੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਾਰ ਉਤਾਰਾ ਕਰ ਸਕਦੇ ਹਨ ਜੀ, ਅਤੇ ਸਭ ਦਾ ਦੁੱਖ ਦੂਰ ਕਰਨ ਵਾਲੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਆਪਣੇ ਗੁਰਮੁਖ ਸੇਵਕਾਂ ਨੂੰ ਕਿਰਪਾਲੂ ਪਰਮੇਸ਼ਰ ਆਪ ਹੀ ਆਪਣੇ ਨਾਲ ਮੇਲ ਲੈਂਦਾ ਹੈ ਜੀ, ਅਤੇ ਗੁਰੂ ਦਾ ਗੁਰਸ਼ਬਦ ਗੁਰਬਾਣੀ ਨਾਮ ਜਪ ਕੇ ਉਹ ਨਿਹਾਲ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਭਗਤ ਸਾਧਕਾਂ ਦੀ ਸੇਵਾ ਵਿੱਚ ਉਹੀ ਗੁਰਮੁਖ ਲੱਗਦੇ ਹਨ ਜੀ, ਜਿਸ ਵਡਭਾਗੀ ਉੱਤੇ ਪਰਮੇਸ਼ਰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਸਾਧਕ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਜਪ ਕੇ ਸਥਿਰਤਾ ਭਾਵ ਆਤਮਿਕ ਸੁੱਖ ਨੂੰ ਪ੍ਰਾਪਤ ਕਰ ਲੈਂਦੇ ਹਨ ਜੀ, ਅਤੇ ਟਿਕਾਓ 'ਚ ਆ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖ ਸਾਧਕਾਂ ਨੂੰ ਸਭ ਤੋਂ ਉੱਤਮ ਭਾਵ ਸ੍ਰੇਸ਼ਟ ਮੰਨਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਗੁਰਮੁਖ ਸੇਵਕ ਜੋ ਕੁਝ ਕਰਦਾ ਹੈ ਜੀ, ਉਹੀ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਪ੍ਰੇਮ ਰੰਗ ਵਿੱਚ ਕਰਦਾ ਹੈ ਜੀ, ਆਨੰਦ ਵਿੱਚ ਕਰਦਾ ਹੈ ਜੀ, ਅਤੇ ਉੱਤਮ ਸਦਾ ਉੱਤਮ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰ ਦੀ ਹਜ਼ੂਰੀ ਵਿੱਚ ਉਹ ਗੁਰਮੁਖ ਵਸਦੇ ਹਨ ਜੀ, ਅਤੇ ਉਸ ਤੋਂ ਕਰਮ ਅਨੁਸਾਰ ਜੇ ਕੋਈ ਮੁਸ਼ਕਿਲ ਜਾਂ ਦੁੱਖ ਆ ਬਣੇ ਜੀ, ਤਾਂ ਉਹ ਕਹਿੰਦਾ ਹੈ ਜੋ ਕੁਝ ਸਹਿਜ-ਸੁਭਾਅ ਹੁੰਦਾ ਹੈ ਉਹ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੁੰਦਾ ਹੈ ਜੀ, ਉਹੀ ਹੁੰਦਾ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹੀ ਸ੍ਰਿਸ਼ਟੀ ਦੇ ਹੁਕਮ ਕਰਤਾ ਨੂੰ ਪਛਾਣਦਾ ਮੰਨਦਾ ਹੈ ਜੀ, ਕਿ ਪਰਮੇਸ਼ਰ ਦਾ ਕੀਤਾ ਹੋਇਆ ਹੀ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ ਉਸ ਗੁਰਮੁਖ ਸਾਧਕ ਨੂੰ ਪਰਮੇਸ਼ਰ ਦਾ ਹੁਕਮ ਪਾਣਾ ਮਿੱਠਾ ਲੱਗਦਾ ਹੈ ਜੀ। ਜਿਹੋ ਜਿਹਾ ਪਰਮੇਸ਼ਰ ਹੈ ਜੀ ਉਹ ਜਿਹਾ ਉਸ ਨੂੰ ਦਿਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਸੇਵਕ ਜਿਸ ਪਰਮੇਸ਼ਰ ਤੋਂ ਪੈਦਾ ਹੋਏ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਸੇ ਵਿੱਚ ਸਮਾਉਂਦੇ ਹਨ ਜੀ। ਉਹ ਪਰਮੇਸ਼ਰ ਦੇ ਸੁੱਖਾਂ ਦੇ ਖਜ਼ਾਨੇ ਨੂੰ ਪਾ ਲੈਂਦੇ ਹਨ ਜੀ। ਇਹ ਵਿਸ਼ੇਸ਼ਤਾ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜੀ ਜਿਨ੍ਹਾਂ ਗੁਰਮੁਖਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਕੋਲੋਂ ਇਹ ਮਾਣ ਲਿਆ ਹੈ ਜੀ। ਇਹ ਸਮਝੋ ਕਿ ਉਹਨਾਂ ਨੇ ਆਪਣੇ ਆਪ ਨੂੰ ਮਾਣ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਅਤੇ ਉਸ ਦੇ ਗੁਰਮੁਖ ਸੇਵਕ ਜੋ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਾਰ ਕੇ ਪਰਮੇਸ਼ਰ ਰੂਪ ਹੋ ਗਏ ਹਨ ਜੀ, ਉਹਨਾਂ ਨੂੰ ਇੱਕ ਰੂਪ ਜਾਣਨਾ ਚਾਹੀਦਾ ਹੈ ਜੀ। ਇਸ ਅਸ਼ਟਪਦੀ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਅਸ਼ਟਪਦੀ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਗਿਆਸੂ ਨੂੰ ਸਮਝਾਇਆ ਗਿਆ ਹੈ ਕਿ ਮਨੁੱਖ ਨੂੰ ਹਰ ਪ੍ਰਕਾਰ ਦੀਆਂ ਸਿਆਣਪਾਂ ਛੱਡ ਕੇ ਕੇਵਲ ਅਤੇ ਕੇਵਲ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਸਾਧ ਸੰਗਤ ਦਾ ਸਾਥ ਕਰਕੇ ਤੇ ਪਰਮੇਸ਼ਰ ਦੀ ਆਸ ਰੱਖਣੀ ਚਾਹੀਦੀ ਹੈ ਜੀ ਕਿ ਉਹ ਆਪਣੀ ਮਿਹਰ ਤੇ ਕਿਰਪਾ ਕਰੇ। ਅਜਿਹਾ ਕਰਨ ਨਾਲ ਸਭ ਸੰਕਟ ਟਲ ਜਾਂਦੇ ਹਨ ਜੀ। ਕਿਸੇ ਮਨੁੱਖ ਦੀ ਟੇਕ ਵਿਅਰਥ ਸਮਝਣੀ ਨਹੀਂ ਚਾਹੀਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਭ ਕੁਛ ਪਰਮੇਸ਼ਰ ਹੀ ਦੇ ਰਿਹਾ ਹੈ ਜੀ। ਸਭ ਕੁਝ ਜੋ ਕੁਝ ਹੋ ਰਿਹਾ ਜੀ ਉਹ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ। ਅਤੇ ਉਹੀ ਸਾਰੇ ਜੀਵਾਂ ਨੂੰ ਆਪਣੇ ਕੰਮਾਂ ਵਿੱਚ ਲਗਾਈ ਰੱਖਦਾ ਹੈ ਜੀ। ਇਸ ਲਈ ਹਰ ਵਕਤ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਪਰਮੇਸ਼ਰ ਨਾਲ ਲਿਵ ਲਗਾ ਕੇ ਪਰਮੇਸ਼ਰ ਵਾਹਿਗੁਰੂ ਅੱਗੇ ਬੇਨਤੀ ਤੇ ਅਰਦਾਸ ਕਰਨੀ ਚਾਹੀਦੀ ਹੈ ਜੀ ਕਿ ਪਰਮੇਸ਼ਰ ਆਪਣੀ ਕਿਰਪਾ ਕਰਕੇ ਸਾਡੇ ਵਿਕਾਰਾਂ ਨੂੰ ਮਾਫ ਕਰਕੇ ਆਪਣੇ ਨਾਲ ਲਗਾ ਲਵੇ ਜੀ। ਇਸ ਨਾਲ ਜੀਵਨ ਮਨੋਰਥ ਸਫਲ ਹੋ ਜਾਂਦਾ ਹੈ ਜੀ ਅਤੇ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ ਅਤੇ ਆਵਾਗਮਨ ਦਾ ਚੱਕਰ ਖਤਮ ਹੋ ਜਾਂਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।